ਯੈਸ ਸਟੂਡੈਂਟਸ, ਅੱਜ ਆਪਾਂ ਆਪਣੇ ਸਿਲੇਬਸ ਦੀ ਜਿਹੜੀ ਆ ਦੁਹਰਾਈ ਦੇ ਵਿੱਚ ਸੁਹਾਗ ਇਕਾਂਗੀ ਦਾ ਕੀ ਵਿਸ਼ਾ ਵਸਤੂ ਲਿਆ ਗਿਆ ਆ ਉਹਨੂੰ ਡਿਸਕਸ ਕਰਾਂਗੇ ਕਿ ਜਿਹੜੀ ਸੁਹਾਗ ਇਕਾਂਗੀ ਆ ਉਹ ਕਿਸ ਸਮੱਸਿਆ ਨੂੰ ਆਧਾਰ ਬਣਾ ਕੇ ਸਿਰਜੀ ਗਈ ਹੈ। ਹੁਣ ਜਿਹੜੀ ਸੁਹਾਗ ਇਕਾਂਗੀ ਹੈ ਉਹ ਸਾਡੇ ਕਹਿ ਲਓ ਕਿ ਪਿਤਾਮਾ ਮਤਲਬ ਮੋਢੀ ਜਿਹੜੇ ਆ ਇਕਾਂਗੀ ਰਚੈਤਾ ਦੇ ਈਸ਼ਵਰ ਚੰਦਰ ਨੰਦਾ ਨੇ ਰਚੀ ਹੈ, ਜਦੋਂ ਕਿ ਸਮਾਜ ਦੇ ਵਿੱਚ ਕਈ ਬੁਰਾਈਆਂ ਪ੍ਰਚਲਿਤ ਸਨ। ਸੋ 1913 ਦੇ ਵਿੱਚ ਆਈਸੀ ਨੰਦਾ ਨੇ ਜਿਹੜੀ ਕਹਿ ਲਓ ਕਿ ਸਮਾਜ ਦੇ ਵਿੱਚ ਮੱਧ ਵਰਗੀ ਸਮਾਜ ਦੇ ਵਿੱਚ ਜਿਹੜੀਆਂ ਬਹੁਤ ਸਾਰੀਆਂ ਸਮੱਸਿਆਵਾਂ ਚੱਲ ਰਹੀਆਂ ਸੀ, ਜਾਂ ਕਹਿ ਲਓ ਕਿ ਮੱਧ ਵਰਗੀ ਸਮਾਜ ਦੇ ਵਿੱਚ ਚੱਲ ਰਹੀਆਂ ਸਮੱਸਿਆਵਾਂ ਤੋਂ ਪ੍ਰਭਾਵਿਤ ਹੋ ਕੇ ਜਿਹੜੀ ਸੀ ਇਕਾਂਗੀ ਰਚਨਾ ਕੀਤੀ ਸੀ, ਤਾਂ ਕਿ ਲੋਕਾਂ ਦੇ ਸਾਹਮਣੇ ਜਾਂ ਸਮਾਜ ਦੇ ਸਾਹਮਣੇ ਸਮੱਸਿਆ ਨੂੰ ਰੱਖਿਆ ਜਾ ਸਕੇ। ਔਰ ਉਹਨਾਂ ਨੇ ਇਸ ਇਕਾਂਗੀ ਦੇ ਵਿੱਚ ਜਿਹੜੀ ਹੈ ਕਹਿ ਲਓ ਕਿ ਜਿਹੜਾ ਮੱਧ ਵਰਗੀ ਗਰੀਬ ਸਮਾਜ ਸੀ, ਜਿਹੜਾ ਕਿ ਗਰੀਬੀ ਜਾਂ ਕਰਜ਼ੇ ਦੇ ਭਾਰ ਹੇਠ ਦੱਬਿਆ ਹੁੰਦਾ ਸੀ, ਉਹ ਕਿਸ ਤਰ੍ਹਾਂ ਮਜਬੂਰੀ ਵਸ ਆਪਣੀ ਜਿਹੜੀਆਂ ਆ ਛੋਟੀ ਉਮਰ ਦੀਆਂ ਧੀਆਂ ਦਾ ਵਡੇਰੀ ਉਮਰ ਦੇ ਬੁੱਢਿਆਂ ਦੇ ਨਾਲ ਵਿਆਹ ਕਰ ਦਿੰਦੇ ਸੀ। ਇਸ ਸਮੱਸਿਆ ਨੂੰ ਜਿਹੜਾ ਹੈ ਸੁਹਾਗ ਇਕਾਂਗੀ ਦਾ ਵਿਸ਼ਾ ਬਣਾਇਆ ਗਿਆ ਹੈ। ਸੋ ਇਹਦੇ ਵਿੱਚ ਜਿਹੜੀ ਇਕਾਂਗੀ ਜਦੋਂ 1913 ਦੇ ਵਿੱਚ ਰਚੀ ਗਈ ਸੀ ਨਾ, ਉਸ ਸਮੇਂ ਜਿਹੜੀ ਹੈ ਇਹ ਸਮੱਸਿਆ ਕਹਿ ਲਓ ਕਾਫੀ ਸਮਾਜ ਦੇ ਵਿੱਚ ਪ੍ਰਚਲਿਤ ਸੀ। ਉਸ ਸਮੇਂ ਜਿਹੜਾ ਹੈ ਕੀ ਹੁੰਦਾ ਸੀ ਕਿ ਜਿਹੜੀ ਸਾਡੇ ਸਮਾਜ ਦੇ ਵਿੱਚ ਮੱਧ ਵਰਗੀ ਗਰੀਬ ਤਬਕੇ ਦੇ ਲੋਕ ਹੁੰਦੇ ਸੀ, ਜਦੋਂ ਉਹ ਕਰਜ਼ੇ ਦੇ ਭਾਰ ਹੇਠ ਦੱਬੇ ਹੁੰਦੇ ਸੀ, ਤਾਂ ਉਸ ਸਮੇਂ ਉਹ ਆਪਣੀਆਂ ਕਹਿ ਲਓ ਛੋਟੀ ਉਮਰ ਦੀਆਂ ਧੀਆਂ ਨੂੰ ਵਡੇਰੀ ਉਮਰ ਦੇ ਬਜ਼ੁਰਗਾਂ ਦੇ ਨਾਲ ਵਿਆਹ ਦਿੰਦੇ ਸੀ, ਜਿਸ ਕਰਕੇ ਇਸ ਸਮੱਸਿਆ ਨੂੰ ਅਣਜੋੜ ਵਿਆਹ ਦੀ ਸਮੱਸਿਆ ਦਾ ਨਾਮ ਦਿੱਤਾ ਗਿਆ। ਭਾਵ ਕਿ ਉਹ ਵਿਆਹ ਜਿਹਦਾ ਕੋਈ ਵੀ ਆਪਸ ਦੇ ਵਿੱਚ ਤਾਲਮੇਲ ਨਹੀਂ ਬਣਦਾ ਸੀ, ਪਰ ਫਿਰ ਵੀ ਉਸ ਸਮੇਂ ਦੇ ਸਮਾਜ ਦੇ ਵਿੱਚ ਅਣਜੋੜ ਵਿਆਹ ਦੀ ਸਮੱਸਿਆ ਬਹੁਤ ਜ਼ਿਆਦਾ ਸੀ, ਜਿਸ ਕਰਕੇ ਈਸ਼ਵਰ ਚੰਦਰ ਨੰਦਾ ਨੇ ਆਪਣੀ ਇਕਾਂਗੀ ਸੁਹਾਗ ਦੇ ਵਿੱਚ ਇਸ ਸਮੱਸਿਆ ਨੂੰ ਆਧਾਰ ਬਣਾਇਆ, ਜਿਹਦੇ ਵਿੱਚ ਇਸ ਦੇ ਮੁੱਖ ਪਾਤਰ ਹੁਸ਼ਿਆਰਚੰਦ ਤੇ ਕੌਰਾ ਲਏ ਗਏ ਆ, ਜਿਨ੍ਹਾਂ ਦੀਆਂ ਦੋ ਧੀਆਂ ਮੇਲੋ ਤੇ ਲਾਜੋ ਵਿਖਾਈਆਂ ਗਈਆਂ ਆ। ਹੁਣ ਇਹਦੇ ਵਿੱਚ ਜਿਹੜਾ ਹੁਸ਼ਿਆਰਚੰਦ ਆ ਉਹ ਇੱਕ ਪਾਸੇ ਤਾਂ ਕਰਜ਼ੇ ਔਰ ਗਰੀਬੀ ਦੇ ਭਾਰ ਹੇਠ ਦੱਬਿਆ ਹੋਇਆ ਆ, ਔਰ ਦੂਸਰੇ ਪਾਸੇ ਜਿਹੜਾ ਹੈ ਉਹਨੂੰ ਜਿੱਦੀ ਤੇ ਸਿਰਫ ਆਪ ਹੁਦਰਾ ਇਨਸਾਨ ਦਿਖਾਇਆ ਗਿਆ ਆ, ਜਿਹੜਾ ਕਿ ਸਿਰਫ ਪੈਸੇ ਬਾਰੇ ਸੋਚਦਾ ਆ। ਇਹ ਨਹੀਂ ਸੋਚਦਾ ਕਿ ਜਿਹੜੀ ਉਹਦੀ 18-19 ਸਾਲਾਂ ਦੀ ਧੀ ਮੇਲੋ ਹੈ, ਜਿਹਨੂੰ ਕਿ ਉਹ ਇੱਕ ਬੁੱਢੇ ਦੇ ਨਾਲ ਵਿਆਹਣਾ ਚਾਹੁੰਦਾ ਆ। ਕਿਉਂਕਿ ਉਹਨੂੰ ਬੁੱਢੇ ਦੇ ਨਾਲ ਵਿਆਹਣ ਦੇ ਬਦਲੇ ਦੇ ਵਿੱਚ ਉਸਨੂੰ ਜਿਹੜਾ ਹੈ ਕਾਫੀ ਮਾਤਰਾ ਦੇ ਵਿੱਚ ਪੈਸਾ ਮਿਲਣਾ ਆ। ਇਸ ਕਰਕੇ ਜਿਹੜਾ ਆ ਉਹ ਸਿਰਫ ਇਸ ਇਕਾਂਗੀ ਦੇ ਵਿੱਚ ਸਾਨੂੰ ਜਿੱਦੀ, ਢੀਠ, ਆਪ ਹੁਦਰਾ, ਪਤਨੀ ਦੀ ਗੱਲ ਨਾ ਸੁਣਨ ਵਾਲਾ, ਜਾਂ ਇਹ ਕਹਿ ਲਓ ਕਿ ਆਪਣੀ ਧੀ ਦੀਆਂ ਭਾਵਨਾਵਾਂ ਨੂੰ ਨਾ ਸਮਝਣ ਵਾਲਾ ਪਾਤਰ ਵਿਖਾਇਆ ਗਿਆ ਆ। ਤਾਂ ਉਹ ਜਿਹੜਾ ਹੈ ਆਪਣੀ ਵੱਡੀ ਧੀ ਮੇਲੋ ਦਾ ਅਣਜੋੜ ਵਿਆਹ ਕਰਨਾ ਚਾਹੁੰਦਾ ਆ। ਇਸ ਨਾਲ ਜਿਹੜੀਆਂ ਆ ਉਹਦੀਆਂ ਦੋ ਸਮੱਸਿਆਵਾਂ ਹੱਲ ਹੁੰਦੀਆਂ ਆ। ਇੱਕ ਤਾਂ ਉਹਨੂੰ ਜਿਹੜਾ ਹੈ ਆਪਣੀ ਧੀ ਦਾ ਵਿਆਹ ਕਰਨ ਦੇ ਬਦਲੇ ਪੈਸੇ ਮਿਲਣਗੇ, ਉਹਦੀ ਗਰੀਬੀ ਕੱਟੀ ਜਾਏਗੀ, ਕਰਜ਼ੇ ਦਾ ਭਾਰ ਹਟੇਗਾ, ਔਰ ਦੂਸਰਾ ਜਿਹੜਾ ਹੈ ਉਹਦੀ ਧੀ ਵੀ ਵਿਆਹੀ ਜਾਏਗੀ। ਇਸ ਕਰਕੇ ਜਿਹੜਾ ਹੈ ਉਹ ਇਹ ਸੋਚਦਾ ਆ ਕਿ ਜੇਕਰ ਉਹ ਇਸ ਤਰ੍ਹਾਂ ਆਪਣੀ ਧੀ ਦਾ ਰਿਸ਼ਤਾ ਕਰਦਾ ਹੈ ਤਾਂ ਉਹਦਾ ਜਿਹੜਾ ਹੈ ਦੋਹਰਾ ਫਾਇਦਾ ਹੋਏਗਾ। ਇਸ ਕਰਕੇ ਜਿਹੜਾ ਹੈ ਉਹ ਆਪਣੀ ਪਤਨੀ ਕੌਰਾ ਨੂੰ ਆਪਣੀ ਵੱਡੀ ਧੀ ਮੇਲੋ ਦੇ ਵਿਆਹ ਦੀ ਜਦੋਂ ਖਬਰ ਦਿੰਦਾ ਆ, ਤਾਂ ਕੌਰਾ ਜਿਹੜੀ ਹੈ ਉਹ ਪਹਿਲਾਂ ਤਾਂ ਵਿਆਹ ਦੀ ਖਬਰ ਸੁਣ ਕੇ ਖੁਸ਼ ਹੁੰਦੀ ਹੈ ਕਿ ਉਹਦੀ ਜਿਹੜੀ ਵੱਡੀ ਧੀ ਮੇਲੋ ਹੈ ਉਹਦਾ ਸਾਕ ਲੱਭ ਗਿਆ ਆ, ਕਿਉਂਕਿ ਉਹ ਕਾਫੀ ਪਰੇਸ਼ਾਨ ਸੀ। ਉਹ ਸੋਚਦੀ ਸੀ ਕਿ ਉਹਦੀ ਧੀ ਜਿਹੜੀ ਆ 18-19 ਵਰਿਆਂ ਦੀ ਹੋ ਗਈ ਹੈ, ਪਰ ਹਜੇ ਤੱਕ ਉਹਦਾ ਕੋਈ ਵੀ ਚੰਗਾ ਸਾਕ ਨਹੀਂ ਲੱਭਾ। ਪਰ ਉਹ ਇਸ ਚੀਜ਼ ਤੋਂ ਬਿਲਕੁਲ ਅਣਜਾਣ ਸੀ ਕਿ ਜਿਸ ਆਦਮੀ ਦੇ ਨਾਲ ਉਸਦੀ ਧੀ ਦਾ ਰਿਸ਼ਤਾ ਜੁੜਿਆ ਹੈ ਉਹ ਉਮਰ ਦੇ ਵਿੱਚ ਉਹਦੇ ਨਾਲੋਂ ਕਾਫੀ ਵੱਡਾ ਹੈ, ਤੇ ਕਿਸੇ ਤਰ੍ਹਾਂ ਵੀ ਉਹਨਾਂ ਦਾ ਜੋੜ ਨਹੀਂ ਬਣਦਾ। ਔਰ ਉਹਦਾ ਪਤੀ ਜਿਹੜਾ ਹੁਸ਼ਿਆਰਚੰਦ ਹੈ ਉਹ ਵੀ ਕੌਰਾ ਤੋਂ ਇਸ ਚੀਜ਼ ਨੂੰ ਲੁਕਾਉਂਦਾ ਹੈ ਕਿ ਜਿਹੜਾ ਸਾਕ ਉਹਨੇ ਆਪਣੀ ਧੀ ਦੇ ਲਈ ਲੱਭਿਆ ਹੈ ਉਹ ਕਿਤੇ ਦਾਦੇ ਪੋਤਰੇ ਦੀ
ਉਮਰ ਦਾ ਆ, ਪੈਨਸ਼ਨ ਪਾਉਂਦਾ ਆ, ਉਹਦੇ 2 ਪੁੱਤਰ ਤੇ 1 ਧੀ ਆ। ਇਹਨਾਂ ਸਾਰੀਆਂ ਗੱਲਾਂ ਦਾ ਜਿਹੜਾ ਹੈ ਓਲਾ ਕੌਰਾਂ ਤੋਂ ਰੱਖਿਆ ਜਾਂਦਾ ਹੈ। ਪਰ ਜਦੋਂ ਕੌਰਾਂ ਇਸ ਚੀਜ਼ ਤੋਂ ਜਿਹੜੀ ਹੈ ਜਾਣੂ ਹੁੰਦੀ ਹੈ ਕਿ ਜਿਸ ਆਦਮੀ ਨਾਲ ਉਹਦੀ ਧੀ ਦਾ ਰਿਸ਼ਤਾ ਜੁੜਿਆ ਹੈ ਉਹ ਕਾਫੀ ਵੱਡਾ ਹੈ, ਉਹ ਵਿਆਹ ਦਾ ਵਿਰੋਧ ਕਰਦੀ ਹੈ। ਆਪਣੀ ਜਿਹੜੀ ਹੈ ਮੋਰਨੀ ਵਰਗੀ ਧੀ ਦਾ ਵਿਆਹ ਬੁੱਢੇ ਦੇ ਨਾਲ ਨਹੀਂ ਕਰਨਾ ਚਾਹੁੰਦੀ। ਪਰ ਫਿਰ ਵੀ ਜਦੋਂ ਜਿਹੜਾ ਹੁਸ਼ਿਆਰ ਚੰਦ ਆ ਉਹਨੂੰ ਪੈਸਿਆਂ ਦੀ ਥੈਲੀ ਦਿਖਾਉਂਦਾ ਆ ਤੇ ਦੱਸਦਾ ਆ ਕਿ ਉਹਨੂੰ ਮੇਲੋ ਦਾ ਵਿਆਹ ਕਰਨ ਦੇ ਬਦਲੇ ਜਿਹੜੀ ਹੈ ਪੈਸਿਆਂ ਦੀ ਥੈਲੀ ਮਿਲੀ ਹੈ, ਇਹਦੇ ਨਾਲ ਜਿਹੜਾ ਹੈ ਉਹਨਾਂ ਦਾ ਬੋਝ ਉਤਰੇਗਾ, ਕਰਜ਼ੇ ਦਾ ਭਾਰ ਉਤਰੇਗਾ। ਤਾਂ ਕੌਰਾਂ ਜਿਹੜੀ ਹੈ ਉਹ ਨਾ ਚਾਹੁੰਦੀ ਹੋਈ ਵੀ ਵਿਆਹ ਕਰਨ ਦੇ ਲਈ ਮੰਨ ਜਾਂਦੀ ਹੈ। ਪਰ ਅਖੀਰ ਜਿਹੜੀ ਹੈ ਐਨ ਮੌਕੇ ਦੇ ਉੱਪਰ ਜਿਹੜੀ ਮੇਲੋ ਹੈ ਉਹ ਆਪਣੀ ਸਹੇਲੀ ਬਸੰਤੋ ਦੀ ਗੱਲ ਸੁਣ ਕੇ ਮੌਕੇ ਤੋਂ ਦੌੜ ਜਾਂਦੀ ਹੈ। ਤਾਂ ਉਸ ਸਮੇਂ ਜਿਹੜੀ ਹੈ ਹੁਸ਼ਿਆਰ ਚੰਦ ਜਦੋਂ ਦੇਖਦਾ ਹੈ ਕਿ ਉਹ ਮੇਲੋ ਜਿਹੜੀ ਹੈ ਘਰੋਂ ਦੌੜ ਗਈ ਹੈ ਪਰ ਉਹ ਪੈਸਾ ਵਾਪਸ ਨਹੀਂ ਕਰਨਾ ਚਾਹੁੰਦਾ, ਤਾਂ ਉਹ ਮੌਕੇ ਦੇ ਉੱਪਰ ਆਪਣੀ ਛੋਟੀ ਧੀ ਜਿਹੜੀ ਹਜੇ ਸਿਰਫ ਗੁੱਡੀਆਂ ਪਟੋਲਿਆਂ ਦੇ ਨਾਲ ਖੇਡਦੀ ਹੈ, ਸਿਰਫ 5-7 ਸਾਲਾਂ ਦੀ ਹੈ, ਉਹਨੂੰ ਜਿਹੜਾ ਹੈ ਬੁੱਢੇ ਦੇ ਲੜ ਲਾ ਦਿੰਦਾ ਹੈ। ਉਹਦੇ ਉੱਪਰ ਸ਼ਗਨਾਂ ਦੀ ਚੁੰਨੀ ਪਾ ਕੇ ਉਹਦਾ ਬੁੱਢੇ ਦੇ ਨਾਲ ਵਿਆਹ ਕਰਾਉਂਦਾ ਹੈ। ਸੋ ਇੱਥੇ ਜਿਹੜੀ ਹੈ ਕਹਿ ਲਓ ਕਿ ਅੱਤ ਦਿਖਾਈ ਗਈ ਹੈ ਕਿ ਕਿਸ ਤਰ੍ਹਾਂ ਜਿਹੜਾ ਮੱਧ ਵਰਗੀ ਗਰੀਬ ਸਮਾਜ ਸੀ ਉਹ ਪੈਸਿਆਂ ਦੀ ਖਾਤਰ ਆਪਣੀਆਂ ਛੋਟੀਆਂ ਛੋਟੀਆਂ ਧੀਆਂ ਨੂੰ ਬੁੱਢਿਆਂ ਦੇ ਨਾਲ ਵਿਆਹੁਣ ਦੇ ਲਈ ਮਜਬੂਰ ਹੋ ਜਾਂਦੇ ਸੀ, ਜਾਂ ਇਹ ਕਹਿ ਲਓ ਕਿ ਇਸ ਦੇ ਨਾਲ ਉਹਨਾਂ ਦੇ ਦੋਹਰਾ ਮਕਸਦ ਜਿਹੜਾ ਆ ਉਹ ਹੱਲ ਹੁੰਦਾ ਆ। ਹੁਣ ਇਹ ਜਿਹੜੀ ਸਮੱਸਿਆ ਸਾਨੂੰ ਇਹਦੇ ਵਿੱਚ ਦਿਖਾਈ ਗਈ ਹੈ, ਜੋ ਕਹਿ ਲਓ ਕਿ ਇਹਦਾ ਵਿਸ਼ਾ ਵਸਤੂ ਲਿਆ ਗਿਆ ਹੈ, ਅਣਜੋੜ ਵਿਆਹ ਦੀ ਸਮੱਸਿਆ ਨੂੰ ਪੇਸ਼ ਕੀਤਾ ਗਿਆ ਹੈ, ਉਹਦਾ ਮਕਸਦ ਜਿਹੜਾ ਸੀ ਆਈਸੀ ਨੰਦਾ ਦਾ ਸਿਰਫ ਇਹ ਦਰਸਾਉਣਾ ਨਹੀਂ ਸੀ ਕਿ ਇਹ ਸਾਡੀ ਜਿਹੜੀ ਸਮੱਸਿਆ ਹੈ ਸਮਾਜ ਦੇ ਵਿੱਚ ਪਾਈ ਜਾ ਰਹੀ ਹੈ, ਪਰ ਬਲਕਿ ਜਿਹੜਾ ਹੈ ਇਹਦਾ ਮਕਸਦ ਜਿਹੜਾ ਸੀ ਉਹ ਸੁਧਾਰਵਾਦੀ ਸੀ। ਉਹ ਕੀ ਚਾਹੁੰਦਾ ਸੀ ਕਿ ਇਹ ਸਮੱਸਿਆ ਜਿਹੜੀ ਹੈ ਉਹ ਲੋਕਾਂ ਦੇ ਸਾਹਮਣੇ ਪੇਸ਼ ਕੀਤੀ ਜਾ ਸਕੇ। ਉਹਨੇ ਇਹ ਵਿਸ਼ਾ ਇਸੇ ਕਰਕੇ ਹੀ ਚੁਣਿਆ ਸੀ ਕਿ ਲੋਕਾਂ ਨੂੰ ਜਿਹੜਾ ਹੈ ਉਹ ਦਿਖਾਇਆ ਜਾ ਸਕੇ ਕਿ ਕਿਸ ਤਰ੍ਹਾਂ ਗੁੱਡੀਆਂ ਪਟੋਲਿਆਂ ਨਾਲ ਖੇਡਦੀਆਂ ਕੁੜੀਆਂ ਦਾ ਜਿਹੜਾ ਵਿਆਹ ਹੈ ਉਹ ਬੁੱਢਿਆਂ ਦੇ ਨਾਲ ਜ਼ਬਰਦਸਤੀ ਕੀਤਾ ਜਾ ਰਿਹਾ ਹੈ। ਸੋ ਇਸ ਤਰ੍ਹਾਂ ਜਿਹੜਾ ਹੈ ਆਈਸੀ ਨੰਦਾ ਦਾ ਮੁੱਖ ਮਕਸਦ ਜਿਹੜਾ ਹੈ ਉਹ ਇਸ ਬੁਰਾਈ ਨੂੰ ਸਮਾਜ ਦੇ ਵਿੱਚੋਂ ਦੂਰ ਕਰਨਾ ਸੀ, ਜਾਂ ਕਹਿ ਲਓ ਕਿ ਲੋਕਾਂ ਨੂੰ ਇਹਦੇ ਲਈ ਪ੍ਰੇਰਿਤ ਕਰਨਾ ਸੀ ਕਿ ਸਾਨੂੰ ਇਸ ਬੁਰਾਈ ਨੂੰ ਸਮਾਜ ਦੇ ਵਿੱਚੋਂ ਕੱਢਣਾ ਚਾਹੀਦਾ ਹੈ, ਦੂਰ ਕਰਨਾ ਚਾਹੀਦਾ ਹੈ। ਔਰ ਜਿਸ ਤਰ੍ਹਾਂ ਕਹਿ ਲਓ ਕਿ ਗਰੀਬ ਸਮਾਜ ਆਪਣੀਆਂ ਧੀਆਂ ਦੀਆਂ ਭਾਵਨਾਵਾਂ ਨੂੰ ਨਾ ਸਮਝਦਾ ਹੋਇਆ ਸਿਰਫ ਪੈਸੇ ਦੀ ਖਾਤਰ ਆਪਣੀਆਂ ਧੀਆਂ ਦਾ ਵਿਆਹ ਬੁੱਢਿਆਂ ਦੇ ਨਾਲ ਕਰਦੇ ਆ, ਉਸ ਬੁਰਾਈ ਨੂੰ ਖਤਮ ਕੀਤਾ ਜਾ ਸਕੇ, ਅਣਜੋੜ ਵਿਆਹ ਦੀ ਸਮੱਸਿਆ ਨੂੰ ਖਤਮ ਕੀਤਾ ਜਾ ਸਕੇ। ਹੁਣ ਜਿਹੜਾ ਹੈ ਬੇਸ਼ੱਕ ਇਸ ਸਮੱਸਿਆ ਨੂੰ ਇਕਾਂਗੀ ਦੇ ਵਿੱਚ ਪੇਸ਼ ਕੀਤਾ ਗਿਆ ਔਰ ਅਖੀਰ ਦੇ ਵਿੱਚ ਲਾਜੋ ਦਾ ਜਿਹੜਾ ਹੈ ਵਿਆਹ ਵੀ ਬੁੱਢੇ ਨਾਲ ਹੁੰਦਾ ਵਿਖਾਇਆ ਗਿਆ ਹੈ ਕਿ ਉਹਦੇ ਉੱਪਰ ਜਿਹੜਾ ਹੈ ਹੁਸ਼ਿਆਰ ਚੰਦ ਸ਼ਗਨਾਂ ਦੀ ਚੁੰਨੀ ਪਾ ਦਿੰਦਾ ਹੈ ਤੇ ਉਹਨੂੰ ਲਾਵਾਂ ਦੇ ਉੱਪਰ ਬਿਠਾ ਦਿੰਦਾ ਹੈ। ਬੇਸ਼ੱਕ ਆਈਸੀ ਨੰਦਾ ਜਿਹੜਾ ਹੈ ਇਸ ਸਮੱਸਿਆ ਨੂੰ ਖਤਮ ਕਰਨ ਦਾ ਕੋਈ ਵੀ ਹੱਲ ਜਾਂ ਕਹਿ ਲਓ ਕੋਈ ਵੀ ਸੁਝਾਅ ਜਿਹੜਾ ਹੈ ਉਹ ਨਹੀਂ ਦੇ ਸਕਿਆ, ਪਰ ਫਿਰ ਵੀ ਜਿਹੜਾ ਹੈ ਉਹਨੇ ਇਹਦਾ ਜਿਹੜਾ ਸਮੱਸਿਆ ਦਾ ਭਿਆਨਕ ਰੂਪ ਸਾਡੇ ਸਾਹਮਣੇ ਦਰਸਾਇਆ ਆ ਕਿ ਕਿਸ ਤਰ੍ਹਾਂ ਜਿਹੜੀ ਹੈ ਇਹ ਸਮੱਸਿਆ ਸਾਡੇ ਸਮਾਜ ਦੇ ਵਿੱਚ ਪਾਈ ਜਾ ਰਹੀ ਹੈ। ਬੇਸ਼ੱਕ ਜਿਹੜਾ ਹੈ ਅੱਜ ਕੱਲ੍ਹ ਬਾਲ ਵਿਵਾਹ ਜਾਂ ਛੋਟੀ ਉਮਰ ਦੇ ਵਿੱਚ ਧੀਆਂ ਦਾ ਵਿਆਹ ਕਰਨਾ ਸਖਤ ਜਿਹੜਾ ਹੈ ਉਹ ਕਾਨੂੰਨ ਬਣਾ ਦਿੱਤਾ ਗਿਆ ਹੈ, ਵਿਆਹ ਦੀ ਉਮਰ ਵੀ ਜਿਹੜੀ ਹੈ ਨਿਰਧਾਰਿਤ ਕਰ ਦਿੱਤੀ ਗਈ ਹੈ, ਪਰ ਫਿਰ ਵੀ ਜਿਹੜਾ ਹੈ ਕਹਿ ਲਓ ਕਿ ਇਹ ਸਮੱਸਿਆ ਸਾਡੇ ਸਮਾਜ ਵਿੱਚ ਕਿਤੇ ਨਾ ਕਿਤੇ ਹਜੇ ਵੀ ਪਾਈ ਜਾਂਦੀ ਹੈ। ਪਰ ਫਿਰ ਵੀ ਜੇ ਅਸੀਂ ਕਹੀਏ ਕਿ ਜੋ ਸਮਾਜ ਸੁਧਾਰ ਦੀਆਂ ਸਰਕਾਰ ਦੇ ਵੱਲੋਂ ਚੱਲ ਰਹੀਆਂ ਆ, ਜਾਂ ਕਹਿ ਲਓ ਕਿ ਅੱਜ ਕੱਲ੍ਹ ਦੀਆਂ ਕੁੜੀਆਂ ਜਿਹੜੀਆਂ ਆ ਪੜ੍ਹ ਲਿਖ ਰਹੀਆਂ ਆ, ਇਸਤਰੀ ਵਿੱਦਿਆ ਜ਼ਰੂਰੀ ਹੋ ਗਈ ਆ, ਜਾਂ ਕਹਿ ਲਓ ਕਿ ਅੱਜ ਕੱਲ੍ਹ ਦਹੇਜ ਲੈਣਾ ਜਾਂ ਦੇਣਾ ਵੀ ਜਿਹੜਾ ਹੈ ਉਹ ਬੰਦ ਹੁੰਦਾ ਜਾ ਰਿਹਾ ਹੈ, ਫਿਰ ਵੀ ਜਿਹੜਾ ਹੈ ਇਹ ਸਮੱਸਿਆ ਜਿਹੜੀ ਹੈ ਕਾਫੀ ਹੱਦ ਤੱਕ ਪਹਿਲਾਂ ਨਾਲੋਂ ਘੱਟ ਗਈ ਹੈ। ਇਹਦੀ ਜਿਹੜਾ ਭਿਆਨਕ ਰੂਪ ਸੀ ਉਹ ਹੁਣ ਉਨਾ ਭਿਆਨਕ ਨਹੀਂ ਰਿਹਾ, ਪਰ ਫਿਰ ਵੀ ਜਿਹੜੀ ਹੈ ਇਹ ਸਮੱਸਿਆ ਪੂਰੀ ਤਰ੍ਹਾਂ ਸਾਡੇ ਸਮਾਜ ਦੇ ਵਿੱਚੋਂ ਖਤਮ ਨਹੀਂ ਹੋਈ। ਸੋ ਇਹਦੇ ਲਈ ਸਾਡਾ ਜਾਗਰੂਕ ਹੋਣਾ, ਪੜ੍ਹਨਾ ਲਿਖਣਾ, ਕੁੜੀਆਂ ਦਾ ਪੈਰਾਂ 'ਤੇ ਖੜੇ ਹੋਣਾ ਔਰ ਇਸ ਬੁਰਾਈ ਨੂੰ ਸਮਾਜ ਦੇ ਵਿੱਚੋਂ ਖਤਮ ਕਰਨਾ ਬਹੁਤ ਹੀ ਜ਼ਰੂਰੀ ਹੈ।